बहुत ही प्यारे बच्चों, अज तो ਆਪਾਂ शुरू करांगे किस्सा काव। बच्चों किस्सा काव की हुंदा इस दे बारे थोड़ी जी जानकारी मैं तुहानूं दवांगी, क्योंकि हुण तक आपां गुरमत काव भी कर चुके हैं, सूफी काव भी पढ़ चुके हैं, है ना। और हुण आपां अज तो शुरू करांगे किस्सा काव। किस्से का मतलब की हुंदा बच्चों? किस्से का मतलब हुंदा कहानियाँ, है ना। जो आपां कहने भी किस्सा ये कहानियाँ, उहदे विच किसी ना किसी की कोई कहानी दित्ती हुंदी है। ਸਾਹਿਤ ਵਿੱਚ ਜਿਹੜੀ ਮਹੱਤਤਾ ਅੱਜ ਕੱਲ੍ਹ ਨਾਵਲ ਦੀ ਹੈ, ਇਹੀ ਮਹੱਤਤਾ ਮੱਧਕਾਲ ਵਿੱਚ ਕਿੱਸਿਆਂ ਦੀ ਸੀ। ਪੰਜਾਬੀ ਵਿੱਚ ਪਹਿਲਾ ਕਿੱਸਾ ਦਮੋਦਰ ਰਚਿਤ ਹੀਰ ਮਿਲਦਾ ਹੈ। ਇਹ ਕਿੱਸਾ ਅਕਬਰ ਦੇ ਰਾਜਕਾਲ ਵਿੱਚ ਰਚਿਆ ਗਿਆ ਜਾਪਦਾ ਹੈ। ਹੀਰ ਦੀ ਇਸ ਕਹਾਣੀ ਨੂੰ ਹੋਰ ਵੀ ਬਹੁਤ ਸਾਰੇ ਕਿੱਸਾਕਾਰਾਂ ਨੇ ਕਵਿਤਾਇਆ ਹੈ। ਦਮੋਦਰ ਤੋਂ ਬਾਅਦ ਪੀਲੂ ਨੇ ਮਿਰਜ਼ਾ ਸਾਹਿਬਾਂ ਦੀ ਨਵੀਂ ਪ੍ਰੀਤ ਕਹਾਣੀ ਲੈ ਕੇ ਕਿੱਸੇ ਦੀ ਰਚਨਾ ਕੀਤੀ। ਪਿੱਛੋਂ ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਲਿਖ ਕੇ ਜਿੱਥੇ ਆਪ ਜਸ ਖੱਟਿਆ, ਉੱਥੇ ਹੀਰ ਨੂੰ ਵੀ ਅਮਰ ਕਰ ਦਿੱਤਾ। ਇਹ ਕਿੱਸਾ ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹਿਆ ਸੁਣਿਆ ਗਿਆ ਹੈ। ਇਸ ਤਰ੍ਹਾਂ ਹਾਸ਼ਮ ਦੀ ਸੱਸੀ ਤੇ ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਵੀ ਬਹੁਤ ਮਸ਼ਹੂਰ ਹੈ। ਇਹਨਾਂ ਕਿੱਸਿਆਂ ਦੇ ਕੁਝ ਚੋਣਵੇਂ ਨਮੂਨੇ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਸੋ ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ ਬੱਚਿਓ ਪੀਲੂ ਦਾ ਕਿੱਸਾ। ਪਰ ਉਸ ਤੋਂ ਵੀ ਪਹਿਲਾਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੇ। ਪੰਜਾਬੀ ਦੇ ਮੋਢੀ ਕਿੱਸਾਕਾਰਾਂ ਵਿੱਚੋਂ ਪੀਲੂ ਪ੍ਰਮੁੱਖ ਨਾਂ ਹੈ। ਪੰਜਾਬੀ ਸਾਹਿਤ ਵਿੱਚ ਪੀਲੂ ਦੀ ਜਾਣ ਪਛਾਣ ਮਿਰਜ਼ਾ ਸਾਹਿਬਾਂ ਦੇ ਕਿੱਸੇ ਕਰਕੇ ਹੈ। ਪੀਲੂ ਦੇ ਜਨਮ ਸਥਾਨ ਤੇ ਕਾਲ ਬਾਰੇ ਸਹੀ ਪਤਾ ਨਹੀਂ ਲੱਗਦਾ। ਅਨੁਮਾਨ ਹੈ ਪੀਲੂ ਪਿੰਡ ਵੈਰੋਵਾਲ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਜ਼ਿਮੀਂਦਾਰ ਸੀ। ਉਸ ਦੀ ਰਚਨਾ ਮਿਰਜ਼ਾ ਸਾਹਿਬਾਂ ਉੱਚੀ ਹੇਕ ਵਿੱਚ ਬੜੇ ਚਾਅ ਨਾਲ ਗਾਈ ਸੁਣੀ ਜਾਂਦੀ ਹੈ। ਪੀਲੂ ਆਪਣੇ ਸਮੇਂ ਵਿੱਚ ਕਾਫੀ ਪ੍ਰਸਿੱਧੀ ਰੱਖਦਾ ਸੀ। ਇਸੇ ਕਰਕੇ ਹਾਫਿਜ਼ ਬਰਖਰਦਾਰ ਕਹਿੰਦਾ ਹੈ, ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ, ਜਿਨ੍ਹਾਂ ਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਦੀ ਦਸਤ ਧਰੇਨ। ਠੀਕ ਹੈ, ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਦੀ ਦਸਤ ਧਰੇਨ। ਚਲੋ ਫਿਰ ਪੜ੍ਹੀਏ ਆਪਾਂ। ਤੁਹਾਡੀ ਪਾਠ ਪੁਸਤਕ ਦੇ ਵਿੱਚ ਕਿੱਸਾ ਹੈ ਮਿਰਜ਼ਾ ਸਾਹਿਬਾਂ। ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ, ਡੂਮ ਸੋਲੇ ਗਾਵਦੇ ਖਾਨ ਖੀਵੇ ਦੇ ਬਾਰ। ਰੱਜ ਦੁਆਈ ਦਿੱਤੀਆਂ ਸੁਹਾਣੇ ਪਰਿਵਾਰ, ਰਲ ਤਦਬੀਰਾਂ ਬਣਦੀਆਂ ਛੈਲ ਹੋਈ ਮੁਟਿਆਰ। ਖੀਵੇ ਖਾਨ ਦੇ ਘਰ ਸਾਹਿਬਾਂ ਮੰਗਲਵਾਰ ਨੂੰ ਜਨਮੀ। ਬੱਚੋ ਡੂਮ ਮਤਲਬ ਮਰਾਸੀ, ਸੋਲੇ ਮਤਲਬ ਖੁਸ਼ੀ ਦੇ ਗੀਤ ਗਾਉਂਦੇ ਨੇ, ਖਾਨ ਖੀਵੇ ਦੇ ਬਾਰ ਮਤਲਬ ਦਰਵਾਜ਼ੇ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਬੱਚੇ, ਔਖਾ ਨਹੀਂ ਹੈ। ਬੱਚੇ ਰੱਟੇ ਲਾਉਂਦੇ ਨੇ ਪਰ ਰੱਟੇ ਨਹੀਂ ਲਾਉਣੇ ਆਪਾਂ, ਠੀਕ ਹੈ। ਖਾਨ ਖੀਵੇ ਦੇ ਦਰਵਾਜ਼ੇ ਅੱਗੇ ਡੂਮ ਸੋਲੇ ਗਾਉਂਦੇ ਨੇ, ਮਤਲਬ ਖੁਸ਼ੀ ਦੇ ਗੀਤ, ਕਿਉਂਕਿ ਮਰਾਸੀ ਖੁਸ਼ੀ ਦੇ ਗੀਤ ਵਧਾਈਆਂ ਲੈਂਦੇ ਸੀ, ਗਾਉਂਦੇ ਨੇ। ਮਰਾਸੀਆਂ ਨੂੰ ਖਾਨਦਾਨੀ ਵਾਰ ਹੈ ਬੱਚੋ, ਆਵਾਜ਼ ਬਹੁਤ ਸੁੰਦਰ ਹੁੰਦੀ ਹੈ, ਬਹੁਤ। ਰਲ ਤਦਬੀਰਾਂ ਬਣਦੀਆਂ ਸ਼ੈਲ ਹੋਈ ਮੁਟਿਆਰ, ਮਤਲਬ ਰਲ ਕੇ ਤਦਬੀਰਾਂ ਬਣ ਰਹੀਆਂ ਨੇ, ਠੀਕ ਹੈ। ਵੀ ਜਿਹੜੀ ਮੁਟਿਆਰ ਜਵਾਨ ਹੋ ਚੁੱਕੀ ਹੈ, ਠੀਕ ਹੈ। ਤਦਬੀਰ ਮਤਲਬ ਤਰਕੀਬਾਂ ਬਣਨ ਲੱਗੀਆਂ। ਅਤੇ ਸਤਰਾਂ ਲਿਖ ਦਾਂਗੇ ਵੀ ਇਹਨਾਂ ਸਤਰਾਂ ਦੇ ਵਿੱਚ ਸਾਹਿਬਾਂ ਦੇ ਜਨਮ ਅਤੇ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਮਿਲਦੀ ਹੈ। ਫਿਰ ਉਸ ਤੋਂ ਬਾਅਦ ਆਪਾਂ ਵਿਆਖਿਆ ਕਰਾਂਗੇ। ਹਰ ਪ੍ਰਸੰਗ ਉਹੀ ਹੈ, ਬਸ ਸਿਰਫ ਇੱਕ ਸਤਰ ਆਪਾਂ ਨਾਲ ਸ਼ਾਮਿਲ ਕਰ ਦੇਣੀ ਹੈ ਜੋ ਉਸ ਦੇ ਵਿੱਚ ਹੁੰਦਾ ਹੈ ਨਾ, ਵਿਆਖਿਆ ਹੁੰਦੀ ਹੈ। ਅਤੇ ਫਿਰ ਉਸ ਤੋਂ ਬਾਅਦ ਆ ਗਿਆ ਸਾਹਿਬਾਂ ਨਾਲ ਸਹੇਲੀਆਂ ਕੂੜੀ ਰਿਆਕਾਰ, ਘਰ ਬਿੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ। ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ, ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਤਾਰ। ਠੀਕ ਹੈ ਵੀ ਮਤਲਬ ਆਪਾਂ ਅੱਗੇ ਮਿਰਜ਼ੇ ਦੀ ਜਾਣਕਾਰੀ ਆਪਾਂ ਨੂੰ ਮਿਲ ਰਹੀ ਹੈ। ਮਿਰਜ਼ੇ ਬਾਰੇ ਦੱਸਿਆ ਗਿਆ ਹੈ ਕਿ ਪੀਲੂ ਲਿਖਦਾ ਹੈ ਕਿ ਇੱਕ ਪਾਸੇ ਸਾਹਿਬਾਂ ਦਾ ਜਨਮ ਹੋਇਆ ਜੋ ਮਕਾਰ ਤੇ ਧੋਖੇਬਾਜ਼ ਸੀ, ਅਤੇ ਦੂਜੇ ਪਾਸੇ ਬਿੰਜਲ ਦੇ ਘਰ ਮਿਰਜ਼ੇ ਨੇ ਜਨਮ ਲਿਆ, ਜਿਸ ਨੂੰ ਜਨਮ ਤਾਂ ਉਸਦੇ ਮਾਤਾ ਪਿਤਾ ਨੇ ਦਿੱਤਾ, ਪਰ ਰੂਪ ਕਰਤਾਰ ਦੀ ਕਿਰਪਾ ਨਾਲ ਬਹੁਤ ਸੀ।
ਉਹ ਇੱਕ ਅਜਿਹਾ ਸੂਰਮਾ ਧਰਤੀ 'ਤੇ ਪੈਦਾ ਹੋਇਆ ਜਿਹੜਾ ਖਰਲਾਂ ਦਾ ਸਰਦਾਰ ਅਖਵਾਉਂਦਾ ਸੀ। ਖਰਲ ਮਤਲਬ ਕੀ ਹੈ ਬੱਚੋ, ਜੱਟਾਂ ਦੀ ਇੱਕ ਜ਼ਾਤ ਹੈ, ਠੀਕ ਹੈ, ਪਾਕਿਸਤਾਨ ਦੇ ਵਿੱਚ। ਸਾਹਿਬਾਂ ਨੂੰ ਮਾੜਾ ਇਸ ਕਰਕੇ ਕਿਹਾ ਗਿਆ ਸੀ ਬੱਚੋ ਕਿਉਂਕਿ ਉਹਦੇ ਕਰਕੇ ਮਿਰਜ਼ਾ ਮਾਰਿਆ ਗਿਆ ਸੀ। ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ, ਠੀਕ ਹੈ। ਪ੍ਰਸੰਗ ਹਰ ਕਿਸੇ ਆਪਾਂ ਦਾ ਉਹੀ ਦੇਣਾ, ਪਰ ਸਤਰ ਦੀ ਵਿਆਖਿਆ ਦੀ ਇੱਕ ਜੋ ਲਾਈਨ ਹੈ ਬੱਚਿਓ ਉਹ ਆਪਾਂ ਇਸ ਦੇ ਨਾਲ ਸ਼ਾਮਿਲ ਕਰ ਦਾਂਗੇ, ਠੀਕ ਹੈ। ਵੀ ਸਾਹਿਬਾਂ ਕੀ ਪੜ੍ਹਦੀ ਹੈ, ਸਾਹਿਬਾਂ ਅਤੇ ਮਿਰਜ਼ਾ ਸਕੂਲ ਪੜ੍ਹਦੇ ਸਨ, ਜੋ ਦੋਵੇਂ ਮਸੀਤ ਦੇ ਵਿੱਚ ਪੜ੍ਹਦੇ ਸਨ, ਜਿੱਥੇ ਉਹ ਪੱਟੀਆਂ ਪੜ੍ਹਦੀ ਸੀ ਅਤੇ ਮਿਰਜ਼ਾ ਕੀ ਪੜ੍ਹਦਾ ਸੀ, ਕੁਰਾਨ। ਦੋਹਾਂ ਦਾ ਜੋ ਪਿਆਰ ਹੈ ਉਹ ਕਿੱਥੇ ਹੋ ਗਿਆ ਸੀ, ਮਸੀਤ ਦੇ ਵਿੱਚ, ਠੀਕ ਹੈ। ਇਸ ਨੂੰ ਸਾਰੀ ਦੁਨੀਆ ਜਾਣਦੀ ਹੈ, ਕੁੱਲ ਜਹਾਨ। ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾਏ, ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਏ। ਮਤਲਬ ਕਵੀ ਲਿਖਦਾ ਹੈ ਕਿ ਉਹਨਾਂ ਦਾ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਸੀ, ਅਤੇ ਜਦੋਂ ਕਾਜ਼ੀ ਮਤਲਬ ਜੋ ਮਸੀਤ ਦੇ ਵਿੱਚ ਉਹਨਾਂ ਨੂੰ ਪੜ੍ਹਾਉਂਦੇ ਸਨ ਉਹ ਛਮਕਾਂ ਮਾਰਦੇ ਸਨ, ਹੈ ਨਾ, ਤਾਂ ਉਹ ਕਹਿੰਦੇ ਸੀ ਸਾਨੂੰ ਮਾਰਨ ਦੀ ਲੋੜ ਨਹੀਂ, ਵੀ ਸਾਨੂੰ ਹੋਰ ਹੀ ਜਿਹੜੀ ਪੜ੍ਹਾਈ ਹੈ ਸਾਡੀ ਇਸ਼ਕ ਦੀ ਪੜ੍ਹਾਈ ਹੈ, ਇਸ਼ਕ ਮਜ਼ਾਜੀ ਦੀ ਗੱਲ ਕਰਦੇ ਸੀ, ਮਤਲਬ ਲੋਕਾਂ ਦਾ ਪਿਆਰ, ਅਤੇ ਉਹ ਸਾਡੀ ਉਹਦੇ ਵਿੱਚ ਮੱਤ ਲੱਗ ਗਈ ਹੈ, ਠੀਕ ਹੈ। ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ, ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ, ਠੀਕ ਹੈ। ਵੀ ਸਾਹਿਬਾਂ ਕਿੱਥੇ ਗਈ ਸੀ, ਇੰਨੀ ਜ਼ਿਆਦਾ ਖੂਬਸੂਰਤ ਸੀ, ਜਦੋਂ ਪੰਸਾਰੀ ਸਮਾਨ ਲੈਣ ਗਈ, ਹੱਟੀ 'ਤੇ ਗਈ, ਠੀਕ ਹੈ ਨਾ, ਅਤੇ ਤੇਲ ਲੈਣ ਗਈ ਸੀ ਹੱਟੀ 'ਤੇ, ਉੱਪਰ ਉਸ ਦੀ ਸੁੰਦਰਤਾ ਵੇਖ ਕੇ ਹਟਵਾਣੀਆਂ ਨੇ ਤੱਕੜੀ ਫੜਨੀ ਭੁਲਾ ਦਿੱਤੀ, ਹਾੜ ਨਾ ਜਾਣੇ ਵੱਟ, ਠੀਕ ਹੈ। ਉਹ ਤੱਕੜੀ ਦੇ ਵਿੱਚ ਵੱਟੇ ਪਾ ਕੇ ਤੋਲਣਾ ਵੀ ਭੁੱਲ ਗਿਆ। ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲਟ, ਵੀ ਉਹਨੇ ਤੇਲ ਦੇ ਭੁਲਾਵੇ ਸ਼ਹਿਦ ਹੀ ਉਲਟ ਕਰਤਾ ਸੀ। ਵਣਜ ਗਵਾਲੇ ਬਾਣੀਆਂ, ਬਲਦ ਗਵਾਲੇ ਜੱਟ, 300 ਨਾਗਾ ਪਿੜ ਰਿਹਾ, ਹੋ ਗਏ ਚੌਟ ਚਪੱਟ, ਮਿਰਜ਼ਾ ਸਾਹਿਬਾਂ ਦੀ ਦੋਸਤੀ ਰਹੂ ਵਿੱਚ ਜਗਤ। ਵੀ ਮਤਲਬ ਉਹ ਇੰਨੀ ਜ਼ਿਆਦਾ ਸੁੰਦਰ ਸੀ ਸਾਹਿਬਾਂ, ਵੀ ਸਾਰੇ ਬਾਣੀਆਂ ਨੇ ਵਣਜ ਮਤਲਬ ਜੋ ਵਪਾਰ ਕਰਦੇ ਸੀ ਉਹ ਉਹਨਾਂ ਦੇ ਖੋ ਗਏ ਸੀ, ਜੱਟਾਂ ਨੇ ਬਲਦ ਗਵਾ ਲਏ ਸੀ। ਇਸ ਦੀ ਸੁੰਦਰਤਾ ਨੂੰ ਜਤੀ ਸਤੀ ਰਹਿਣ ਵਾਲੇ ਨਾਗੇ ਸਾਧੂਆਂ ਦੇ ਮਨਾਂ ਨੂੰ ਵੀ ਡੁਲਾ ਦਿੱਤਾ ਸੀ, ਠੀਕ ਹੈ ਨਾ। ਨਾਗਾ ਪੀੜ ਮਤਲਬ ਸਾਧੂਆਂ ਨੂੰ, ਠੀਕ ਹੈ। ਸੋ ਇਸ ਕਰਕੇ ਉਹ ਬਹੁਤ ਸੁੰਦਰ ਸੀ। ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ, ਗਜ਼ ਗਜ਼ ਲੰਮੀਆਂ ਮੇਢੀਆਂ, ਰੰਗ ਜਗੋਰੇ ਸੀ, ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ, ਜੇ ਮਾਰੇ ਬਰਛੀ ਕੱਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ, ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ। ਪ੍ਰਸੰਗ ਬੱਚੋ ਉਹੀ ਹੈ, ਮਿਰਜ਼ਾ ਕਹਿੰਦਾ ਕਿ ਸਾਹਿਬਾਂ ਨੇ ਆਪਣੀ ਸੁੰਦਰਤਾ ਕਾਰਨ ਮੇਰਾ ਕਲੇਜੇ ਨੂੰ ਕੱਢ ਲਿਆ ਹੈ, ਉਸਦੇ ਵਾਲ ਗਜ਼ ਗਜ਼ ਲੰਮੇ ਹਨ, ਉਹ ਗੋਰੇ ਰੰਗ ਦੀ ਹੈ। ਮਿਰਜ਼ਾ ਸਾਹਿਬਾਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਸਾਹਿਬਾਂ ਉਸ ਨੂੰ ਜ਼ਹਿਰ ਪੀਣ ਨੂੰ ਵੀ ਦੇਵੇ ਤਾਂ ਉਹ ਪੀ ਲਵੇਗਾ। ਜੇ ਸਾਹਿਬਾਂ ਉਸਦੇ ਕਲੇਜੇ ਵਿੱਚ ਬਰਛੀ ਮਾਰੇ ਤਾਂ ਮਿਰਜ਼ਾ ਸੀ ਤੱਕ ਨਹੀਂ ਕਹੇਗਾ। ਮਿਰਜ਼ਾ ਕਹਿੰਦਾ ਹੈ ਕਿ ਜਦ ਉਸਦੀ ਮੌਤ ਆਵੇਗੀ ਉਹ ਆਪਣੇ ਆਪ ਹੀ ਮਰ ਜਾਵੇਗਾ ਅਤੇ ਉਸਦੇ ਮਰਨ ਦਾ ਕਿਸੇ ਨੂੰ ਦੁੱਖ ਨਹੀਂ ਹੋਣਾ ਚਾਹੀਦਾ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮੱਤ ਦਿੰਦੀ ਖਲੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ, ਤਪੀ ਕੜਾਹੀ ਤੇਲ ਦੀ ਸਿਰ ਪਰ ਲਾਟ ਜਲੀ, ਮੂਸਾ ਭੱਜਿਆ ਮੌਤ 'ਤੇ ਉਹਦੇ ਅੱਗੇ ਮੌਤ ਖਲੀ, ਪਰਬਤ ਵੜਦਿਆਂ ਟੱਕਰੇ ਲੰਘਣ ਕਿਹੜੀ ਗਲੀ, ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖਲੀ, ਮੈਂ ਕੀ ਰੱਬਾ ਤੇਰਾ ਫੇੜਿਆ, ਮੇਰੀ ਜੋੜੀ ਖਾਕ ਰਲੀ, ਅੱਜ ਦਾ ਵਾਰ ਬਚਾ ਲੈ, ਭਲਕੇ ਸਿਆਲੀ ਜਾਂ ਫੜੀ, ਠੀਕ ਹੈ। ਜਦੋਂ ਬੱਚੇ ਸਾਹਿਬਾਂ ਦਾ ਵਿਆਹ ਸੀ ਨਾ ਅਤੇ ਦੋਨਾਂ ਨੇ ਸਲਾਹ ਬਣਾ ਲਈ ਸੀ ਵੀ ਉਹ ਘਰ ਤੋਂ ਚਲੇ ਜਾਣਗੇ, ਅਤੇ ਉਦੋਂ ਉਸਦੀ ਮਾਂ ਜਿਹੜੀ ਉਸਨੂੰ ਵਾਰ-ਵਾਰ ਵਾਸਤੇ ਪਾ ਰਹੀ ਹੈ ਵੀ ਤੂੰ ਨਾ ਜਾ। ਜਦੋਂ ਮਿਰਜ਼ਾ ਉੱਥੋਂ ਜਾਣ ਲੱਗਿਆ ਸੀ ਵੀ ਮੈਂ ਸਾਹਿਬਾਂ ਨੂੰ ਲੈ ਕੇ ਚਲੇ ਜਾਣਾ, ਤਾਂ ਮਾਂ ਕੀ ਕਹਿੰਦੀ ਹੈ, ਜਾਣ ਲੱਗੇ ਹੋਏ ਮਿਰਜ਼ੇ ਨੂੰ ਉਸਦੀ ਮਾਂ ਸਿੱਖਿਆ ਦਿੰਦੀ ਹੈ ਕਿ ਸੱਪਾਂ ਅਤੇ ਸ਼ੇਰਾਂ ਦੀ ਦੋਸਤੀ ਆਪਸ ਵਿੱਚ ਨਹੀਂ ਨਿਭਦੀ, ਉਹ ਆਪਣੀ ਜ਼ਿੱਦ ਛੱਡ ਦੇਵੇ। ਇਸ਼ਕ ਪਗਾਉਣਾ ਤਾਂ ਤਪੀ ਹੋਈ ਤੇਲ ਦੀ ਕੜਾਹੀ ਵਿੱਚ ਪੈਣਾ ਜਾਂ ਸਿਰ ਉੱਪਰ ਬਲਦੀ ਅੱਗ ਧਰਨ ਦੇ ਬਰਾਬਰ ਹੈ। ਮੂਸਾ ਮਤਲਬ ਚੂਹਾ ਮੌਤ ਤੋਂ ਡਰ ਕੇ ਭੱਜ ਗਿਆ ਸੀ, ਪਰ ਮੌਤ ਅੱਗੇ ਹੀ ਖੜੀ ਸੀ, ਹੋਣੀ ਟਲ ਨਹੀਂ ਸਕਦੀ। ਇਸ਼ਕ ਦੀ ਗਲੀ ਵਿੱਚ ਵੜਨ ਵਾਲੇ ਦਾ ਰਾਹ ਸਮਾਜ ਰੂਪ ਪਹਾੜ ਰੋਕ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਆਸ਼ਕ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਨਹੀਂ ਰਹਿ ਜਾਂਦਾ।
ਬੀਬੀ ਫਾਤਮਾ ਰੋਂਦੀ ਹੋਈ ਕਹਿੰਦੀ ਹੈ ਕਿ ਉਸਨੇ ਰੱਬ ਦਾ ਕੀ ਵਿਗਾੜਿਆ ਹੈ ਕਿ ਉਸਦੇ ਦੋਵੇਂ ਪੁੱਤਰ ਹਸਨ ਤੇ ਹੁਸੈਨ ਮਾਰੇ ਗਏ ਅਤੇ ਮਿੱਟੀ ਵਿੱਚ ਰਲ ਗਏ। ਮਾਂ ਮਿਰਜ਼ੇ ਨੂੰ ਨਸੀਹਤ ਦਿੰਦੀ ਹੈ ਕਿ ਉਹ ਅੱਜ ਦਾ ਦਿਨ ਵਿਚਾਰ ਲਵੇ ਅਤੇ ਕੱਲ੍ਹ ਨੂੰ ਭਾਵੇਂ ਸਿਆਲਾਂ ਨੂੰ ਚਲਾ ਜਾਵੇ, ਮਤਲਬ ਸਾਹਿਬਾਂ ਦੇ ਕੋਲ। ਬੂਹੇ ਟਮਕ ਵੱਜਿਆ, ਸਾਹਿਬਾਂ ਘੱਤੇ ਤੇਲ, ਅੰਦਰ ਬੈਠੇ ਨਾਨਕੇ, ਬੂਹੇ ਬੈਠਾ ਮੇਲ, ਥਾਲੀ ਵਟਣਾ ਰਹਿ ਗਿਆ, ਕੁੱਪੇ ਅਤਰ ਫਲੇਲ, ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ, ਕੋਈ ਨਾ ਦੀਂਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ। ਠੀਕ ਹੈ ਬੱਚੋ, ਇਸ ਤੋਂ ਪਹਿਲਾਂ ਆਪਾਂ ਇਹ ਵਾਲੇ ਜੋ ਸਤਰਾਂ ਨੇ ਉਹਨਾਂ ਦੀ ਵਿਆਖਿਆ ਕਰਦੇ ਹਾਂ। ਅਤੇ ਜਦੋਂ ਮਿਰਜ਼ਾ ਫਿਰ ਉੱਥੇ ਗਿਆ ਸੀ ਸਾਹਿਬਾਂ ਨੂੰ ਲੈਣ ਵਾਸਤੇ, ਤਾਂ ਵਿਆਹ ਵਾਲੇ ਦਿਨ ਸਾਹਿਬਾਂ ਦੇ ਘਰ ਢੋਲ ਅਤੇ ਨਗਾਰੇ ਵੱਜ ਰਹੇ ਸਨ। ਸਾਹਿਬਾਂ ਨੂੰ ਮਾਈਏ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਮਤਲਬ ਵਟਣਾ ਲਾਉਣ ਦੀ। ਘਰ ਦੇ ਅੰਦਰ ਨਾਨਕਿਆਂ ਅਤੇ ਦਾਦਕਿਆਂ ਦਾ ਮੇਲ ਜੁੜਿਆ ਹੋਇਆ ਸੀ, ਪਰ ਸਾਹਿਬਾਂ ਦੇ ਮਿਰਜ਼ੇ ਨਾਲ ਚਲੇ ਜਾਣ ਨਾਲ ਸਭ ਸਜਾਵਟ ਦਾ ਸਮਾਨ ਸੀਗਾ ਬੱਚੋ ਉੱਥੇ ਹੀ ਰਹਿ ਗਿਆ ਸੀ। ਠੀਕ ਹੈ, ਪਟਾਰੀਆਂ ਦੇ ਵਿੱਚ ਗਹਿਣੇ ਰਹਿ ਗਏ ਸੀ, ਅਤਰ ਫਲੇਲ ਸਭ ਕੁਛ ਉੱਥੇ ਹੀ ਰਹਿ ਗਿਆ ਸੀ, ਵਟਣਾ ਉੱਥੇ ਹੀ ਰਹਿ ਗਿਆ ਸੀ, ਹੈ ਨਾ। ਕੋਈ ਨਾ ਦੀਂਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ, ਕਟਕ ਪੜ੍ਹਾ ਦਿਆਂ ਟੱਕਰੀ, ਮੈਥੋਂ ਰਾਠ ਡਰੇ। ਮਤਲਬ ਮਿਰਜ਼ਾ ਆਪਣੇ ਆਪ ਨੂੰ ਕਹਿੰਦਾ ਹੈ ਵੀ ਮੈਂ ਬਹੁਤ ਜ਼ਿਆਦਾ ਬਹਾਦਰ ਹਾਂ, ਹੈ ਨਾ, ਵੀ ਮੇਰੇ ਤੋਂ ਕੋਈ ਵੀ ਵੱਡਾ ਸੂਰਮਾ ਨਹੀਂ ਹੈ। ਜਦੋਂ ਲੈ ਕੇ ਗਿਆ ਸੀ ਵੀ ਕੋਈ ਮਰਜ਼ੀ ਇੱਥੋਂ ਆ ਜੇ, ਹੰਕਾਰ ਆ ਗਿਆ ਸੀ ਮਤਲਬ ਉਹਨੂੰ, ਵੀ ਮੈਂ ਬਹੁਤ ਜ਼ਿਆਦਾ ਬਹਾਦਰ ਹਾਂ, ਵੀ ਮੇਰੇ ਤੋਂ ਵੱਡੇ ਵੱਡੇ ਰਾਠ ਵੀ ਡਰਦੇ ਨੇ। ਵੱਲ ਵੱਲ ਵੱਢਦੇ ਆ ਸੂਰਮੇ ਜੋ ਖੇਤੀ ਪੈਣ ਗੜੇ, ਸਿਰ ਸਿਆਲਾਂ ਦੇ ਵੱਢ ਕੇ ਸਿੱਟੂੰਗਾ ਵਿੱਚ ਰੜੇ। ਮਤਲਬ ਵੀ ਜਿਹੜੇ ਵੱਡੇ ਵੱਡੇ ਸਿਆਲ ਨੇ ਉਹਨਾਂ ਦੇ ਮੈਂ ਸਿਰ ਵੱਢ ਕੇ ਰੜੇ ਮੈਦਾਨ, ਮਤਲਬ ਖਾਲੀ ਮੈਦਾਨ ਦੇ ਵਿੱਚ ਸੁੱਟਾਂਗਾ। ਠੀਕ ਹੈ ਨਾ। ਵੀ ਜਦੋਂ ਮਿਰਜ਼ਾ ਸਾਹਿਬਾਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਸਾਹਿਬਾਂ ਨੂੰ ਕਹਿੰਦਾ ਹੈ ਕਿ ਮੈਂ ਐਡਾ ਬਹਾਦਰ ਹਾਂ, ਮੇਰੇ ਜਿੱਡਾ ਕੋਈ ਵੀ ਬਹਾਦਰ ਨਹੀਂ ਜਿਹੜਾ ਮੇਰੇ ਨਾਲ ਟੱਕਰ ਲੈ ਸਕੇ। ਉਹ ਤਾਂ ਬਹੁਤ ਸਾਰੀ ਫੌਜ ਨਾਲ ਵੀ ਟੱਕਰ ਲੈ ਸਕਦਾ ਹੈ। ਵੱਡੇ ਵੱਡੇ ਜਾਟ ਉਸ ਤੋਂ ਭੈ ਖਾਂਦੇ ਹਨ। ਉਹ ਤਾਂ ਸੂਰਮਿਆਂ ਦੇ ਸਿਰ ਇਸ ਤਰ੍ਹਾਂ ਵੱਢ ਵੱਢ ਕੇ ਮੈਦਾਨ ਵਿੱਚ ਸੁੱਟ ਦੇਵੇਗਾ ਜਿਵੇਂ ਖੇਤ ਵਿੱਚ ਗੜੇ ਪੈਣ ਕਾਰਨ ਫਸਲ ਖਾਲੀ ਹੋ ਜਾਂਦੀ ਹੈ। ਉਹ ਸਭ ਆਈ ਸਿਆਲਾਂ ਨੂੰ ਵੱਢ ਕੇ, ਮਤਲਬ ਸਾਹਿਬਾਂ ਦੇ ਭਰਾਵਾਂ ਨੂੰ ਵੱਢ ਕੇ ਰੜੇ ਮੈਦਾਨ ਵਿੱਚ ਸੁੱਟ ਦੇਵੇਗਾ। ਠੀਕ ਹੈ। ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ, 300 ਕਾਨੀ ਮਿਰਜ਼ੇ ਦੀ, ਦਿੰਦਾ ਸਿਆਲਾਂ ਨੂੰ ਵੰਡ। ਪਹਿਲੋਂ ਮਾਰਦਾ ਵੀਰ ਸ਼ਮੀਰ 'ਤੇ, ਦੂਜੀ ਕੂਲੇ ਦੇ ਤੰਗ, ਤੀਜੀ ਮਾਰਾਂ ਜੋੜ ਕੇ, ਜੈਂਦੀ ਹੈ ਤੂੰ ਮੰਗ। ਸਿਰ 'ਤੇ ਮੁੰਡਾਸਾ ਉੱਡ ਗਿਆ, ਗਲ ਵਿੱਚ ਪਈ ਝੰਡ, ਬਾਜ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਸੰਗ। ਮਤਲਬ ਸਾਹਿਬਾਂ ਨੇ ਕੀ ਕੀਤਾ, ਮਿਰਜ਼ੇ ਦੇ ਜਿਹੜੇ ਤੀਰ ਸੀ ਉਹਨੇ ਦੇਖਿਆ ਵੀ ਮਿਰਜ਼ਾ ਮੇਰੇ ਭਰਾਵਾਂ ਨੂੰ ਮਾਰ ਦੇਗਾ, ਅਤੇ ਸਾਰੇ ਦੇ ਸਾਰੇ ਤੀਰ ਕਿੱਥੇ ਟੰਗਦੇ ਸੀ, ਜੰਡ ਦੇ ਉੱਪਰ ਟੰਗ ਦਿੱਤੇ ਸਨ ਉਹਨੇ। ਤਾਂ ਫਿਰ ਆਪਾਂ ਦੇਖਦੇ ਹਾਂ ਵੀ ਕਿੰਨੇ ਤੀਰ ਸਨ, ਕੀ ਗੱਲ ਕਰਦਾ ਜਿਹੜਾ ਮਿਰਜ਼ਾ। ਸਾਹਿਬਾਂ ਨੇ ਆਪਣੇ ਭਰਾਵਾਂ ਨੂੰ ਬਚਾਉਣ ਲਈ, ਠੀਕ ਹੈ ਨਾ, ਉਹਨਾਂ ਨੂੰ ਭਰਾਵਾਂ ਦਾ ਮੋਹ ਜਾਗ ਪਿਆ ਸੀ, ਉਹਨੇ ਮਿਰਜ਼ੇ ਦਾ ਤਰਕਸ਼ ਜੰਡ ਦੇ ਉੱਪਰ ਟੰਗ ਦਿੱਤਾ ਸੀ। ਉਸ ਸਮੇਂ ਮਿਰਜ਼ਾ ਸਾਹਿਬਾਂ ਨੂੰ ਕਹਿੰਦਾ ਹੈ ਕਿ ਇਹ ਉਸਨੇ ਬਹੁਤ ਮਾੜਾ ਕੀਤਾ ਹੈ, ਉਹ 300 ਤੀਰਾਂ ਨਾਲ ਸਿਆਲਾਂ ਨੂੰ ਮਾਰ ਦਿੰਦਾ। ਤਾਂ ਮਿਰਜ਼ਾ ਕਹਿੰਦਾ ਬੱਚਿਓ ਵੀ ਪਹਿਲਾ ਤੀਰ ਉਸਨੇ ਉਸਦੇ ਵੀਰ ਸ਼ਮੀਰ 'ਤੇ ਮਾਰਨਾ ਸੀ, ਦੂਜਾ ਤੀਰ ਉਸਨੇ ਘੋੜੇ ਦੇ ਕੁੱਲੇ 'ਤੇ ਮਾਰਨਾ ਸੀ, ਤੀਜਾ ਤੀਰ ਉਸਨੇ ਉਸ 'ਤੇ ਮਾਰਨਾ ਸੀ ਜਿਸ ਨਾਲ ਉਸਦੀ ਮੰਗਣੀ ਹੋਈ ਸੀ। ਮਿਰਜ਼ਾ ਬਹੁਤ ਬਹਾਦਰ ਸੀ ਪਰ ਬਿਨਾਂ ਹਥਿਆਰਾਂ ਤੋਂ ਮਾਰਿਆ ਗਿਆ। ਉਸਦੇ ਸਿਰ 'ਤੇ ਲਪੇਟਿਆ ਹੋਇਆ ਕੱਪੜਾ ਲੈ ਗਿਆ, ਵਾਲ ਗਲ ਵਿੱਚ ਪੈ ਗਏ। ਮਿਰਜ਼ਾ ਭਰਾਵਾਂ ਤੋਂ ਬਿਨਾਂ ਇਕੱਲਾ ਹੀ ਲੜਦਾ ਹੋਇਆ ਮਾਰਿਆ ਗਿਆ। ਉਸ ਦੇ ਨਾਲ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ। ਇਸ ਕਰਕੇ ਸਾਹਿਬਾਂ ਨੇ ਉਸ ਨਾਲ ਬਹੁਤ ਮਾੜੀ ਕੀਤੀ। ਪੀਲੂ ਪੁੱਛੇ ਸ਼ਾਇਰ ਨੂੰ, ਕੈਵਲ ਗਿਆ ਜਹਾਨ, ਲੱਗ ਲੱਗ ਗਈਆਂ ਮਜਲਸਾਂ, ਬਹਿ ਬਹਿ ਗਏ ਦੀਵਾਨ। ਮਿਰਜ਼ਾ ਮਾਰਿਆ ਮਲਕੂਲ ਮੌਤ ਦਾ, ਕੁਛ ਮਾਰਿਆ ਖੁਦੀ ਗੁਮਾਨ, ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਹਣਾ ਜਵਾਨ। ਇਹ ਕਿੱਸਾ ਜੋੜਿਆ ਪੀਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁੱਲ ਜਹਾਨ। ਤਾਂ ਪੀਲੂ ਅੰਤ ਦੇ ਵਿੱਚ ਕਹਿੰਦੇ ਨੇ ਤੇ ਵੀ ਲੋਕ ਕਿੱਥੇ ਗਏ, ਜਿਹੜੇ ਇੰਨੇ ਬਹਾਦਰ ਆਏ ਸੀ ਉਹ ਸਾਰੇ ਚਲੇ ਗਏ। ਵੱਡੀਆਂ ਵੱਡੀਆਂ ਮਹਿਫਲਾਂ ਵੀ ਲਾ ਕੇ ਇੱਥੋਂ ਚਲੀਆਂ ਗਈਆਂ। ਇਸ ਨਾਸ਼ਵਾਨ ਸੰਸਾਰ ਵਿੱਚ ਸਦਾ ਵਾਸਤੇ ਕੋਈ ਨਹੀਂ ਰਿਹਾ। ਮਿਰਜ਼ੇ ਨੂੰ ਇੱਕ ਤਾਂ ਉਹਦੇ ਹੰਕਾਰ ਨੇ ਮਾਰਿਆ ਸੀ, ਦੂਜਾ ਮੌਤ ਦੇ ਫਰਿਸ਼ਤੇ ਨੇ ਮਾਰਿਆ ਸੀ।
इस प्रकार सोहना जवान मिर्जा मरण पिछों कबरां विच जा पिया। इस किस्से नूं पिल्लू शायर ने जोड़िया है, जिस नूं सारी दुनिया जाणदी है। बच्चों ये सी व्याख्या, ठीक है। तो केंद्री भाव की है इसका, मिर्जा बिंजल का लड़का अते साहिबा खीवे खान की धी सी। वो दोवें रज के सोहणे सन। मिर्जे दे साहिबा का मसीत विच पढ़दे समय प्यार पै गया सी। जदों मिर्जे ने सुनिया कि साहिबा का विआह किसी होर नाल हो रहा है तां वो साहिबा नूं घरों लिजाण दी स्कीम घड़दा है। माँ बहुत रोकदी है पर वो नहीं रुकदा ते साहिबा नूं लै जांदा है। पर साहिबा नूं जदों डर हुंदा है कि उसके भरावां नूं मिर्जे ने मार देना, क्योंकि मिर्जा खुद भी कहंदा हुंदा भी मैं बहुत बहादुर है, तां मिर्जे दा हंकार इन्ना हुंदा वो सौ जांदा हुंदा ते जंड नीचे जंड दे उपर सारे जिन्ने भी तीर हुंदे ने वो सारे वो टंग दिंदी है, ठीक है। पूरे दा पूरा तरकश है जो वो मिर्जे का साहिबा उपर टंग दिंदी है तो वो भरावां ने आके उन्होंने मार दिता, ठीक है ना। धोखा कमा लिया, मतलब कवि की निगाह च साहिबा धोखेबाज है, ठीक है। तो प्रश्न उत्तर बच्चों, पिल्लू ने किहड़ा किस्सा लिखिया? मिर्जा साहिबा। मिर्जा साहिबा का किस्सा किस पुस्तक विच दर्ज है? ਸਾਹਿਤਮਾਲਾ विच। साहिबा के बाप का नाम दसो बच्चों? खीवे खान, खीवा खान। मिर्जे का बाप का नाम बिंजल। मिर्जे का जन्म किस परिवार विच होया? खरलां विच। मिर्जे साहिबा का प्यार कित्थे ते कदों पिया? जदों मसीत विच पढ़दे सन। मिर्जा की पढ़दा सी? कुरान। दोहां दी पढ़ाई अधूरी क्यों रह गई? इश्क कारण। साहिबा पंसारी दे हट्टी ते की लैण गई सी? तेल। बाणीए ने तेल दे भुलेखे की पा दिता सी? शहद। साहिबा दी सुंदरता वेख के बाणीआ की गवा बैठा सी? वणज वपार। जट की गवा बैठा सी? बल। मिर्जे साहिबा का प्यार किहो जिहा सी? अमर। साहिबा का रंग किहो जिहा सी? गोरा। साहिबा नूं उधालण जा रहे मिर्जे नूं किसने रोकिया? माँ ने। माँ ने मिर्जे नूं किस दा डर दिता? मौत दा। बीबी फातिमा कौन सी? बीबी फातिमा हज़रत मुहम्मद साहिब की बेटी सी। बीबी फातिमा क्यों रो रही सी? पुत्रां दे मरण कारण। साहिबा दे घर अंदर बाहर कौन बैठा सी? नानका दादका। मिर्जे नूं किस गल दा हंकार सी? अपनी ताकत दा। साहिबा दे भरा दा नां की सी? शमीर। मिर्जे दे भत्थे मतलब तरकश दे विच किन्ने तीर सन? 300। किन्हां दे नां होण करके मिर्जा मारिया गया सी? भरावां दे नां होण करके। सो बच्चों ये सी किस्सा पिल्लू ने जो लिखिया सी, जोड़िया सी। बहुत सोहना गाया जाता बच्चों, ठीक है। गाया करो, सुनिया करो। सुनने ते समझण लई तुहाडा बहुत बहुत धन्नवाद बच्चों।